कि मैंने जितना भी कहा है वो सारी चीजें संवैधानिक हैं, सारे चीजों के एक्ट हैं, प्रूफ में जो भी मैं कह रहा हूं वो सारे प्रूफ मेरे पास हैं। ठीक है, अब आप चाह रहे हैं समाधान, तो समाधान के लिए हमने अपना डॉक्टर साहब से डिस्कशन करके किया है कि जैसे अगर आपके पास जिस व्यक्ति ने कर्जा ले रखा है या जिसके यहाँ पे सबसे इंपॉर्टेंट वो बंदा है जिसके यहाँ पे ताला उसकी संपत्ति पे बैंक वाले जड़ने वाले हैं, तो सबसे पहले आप उस व्यक्ति को लाएं, उससे लोन स्टेटमेंट भी करवाएं। डॉक्टर साहब आप थोड़ा सा बता देना चाहिए क्या क्या डॉक्यूमेंट उसको चाहिए, कैटेगरी भी बताना कि किस प्रकार के, जैसे ऐसा होता क्या है कि हर केस हर कर्जा एक अलग अलग टाइप का है ना, कभी तो वो केस पढ़ने पे डॉक्टर साहब को समझ में आ जाता है। हालांकि समाधान लगभग लोग सबका मिलता जुलता ही है, करना वैसे ही है, लेकिन केस और भाषा का बहुत बड़ा फर्क है। थोड़ी सी भी भाषा गलत हो गई ना तो आपका उल्टा पड़ जाएगा। तो आप क्या करें, उसका लोन स्टेटमेंट लें और वो डॉक्यूमेंट आप जो जैसे अब चेन सिस्टम से बन रही है ना, आप जैसे सोनू सरपंच साहब को जानते हैं तो आप उन तक पहुंचाएं। हमने क्या कर रखा है, पावर का डेलीगेशन कर रहे हैं ताकि लोगों तक आवेदन बड़ी आम भाषा में। अब आप वकील करने जाएंगे, हाईकोर्ट का वकील करेंगे, कंज्यूमर का वकील करेंगे, इनको 20 साल लगेंगे ये काम करते करते। तो अब हमने क्या किया है कि हम लोगों तक सिर्फ ये बात पहुंचा रहे हैं कि आप अपना कर्जा खुद अपने संवैधानिक तौर से पटाओ। अगर आपके पास कोई अच्छा जानकार वकील है, आपकी कार्रवाई करने के लिए पूरी रेडी है, तो हम वकील को पूरा समझा सकते हैं, क्योंकि बड़ा मुश्किल है आपको पूरा संविधान समझाना। मैं और आप तो समझ नहीं सकते, बेसिक के साथ मैं नहीं समझता, मुझे समझ में आएगा ही नहीं, है ना। तो हम या तो आपके पास कोई वकील है, उस वकील को हम पूरी राय दे देंगे कि भाई आपने ऐसे ऐसे करना है, या आप टीम के जरिए आप डॉक्टर भानु तक पहुंचे, आप सोनू सरपंच साहब तक पहुंचे, सोनू सरपंच बूटा सिंह के पास पहुंचेंगे, बूटा पाजी इधर पहुंचेंगे। हेलो, ਇਹਨਾਂ ਨੂੰ ਐਮਪੀ ਤੋਂ ਮੰਗਵਾਇਆ, ठीक है जी, ਕਿਉਂਕਿ ਇਹਨਾਂ ਦਾ ਤਜਰਬਾ ਹੈਗਾ ਇਸ ਕੰਮ ਦਾ। ਸਾਨੂੰ ਡਾਕਟਰ ਦਵਿੰਦਰ ਭਲਿਆਰਾ ਦੱਸ ਕੇ ਗਏ ਸੀ 2 ਦਿਨਾਂ ਦਾ ਕੈਂਪ ਲਾ ਕੇ ਇਹ ਸਾਰਾ ਸਿਸਟਮ ਹੈ ਕੀ। ठीक है जी, ਕਿਉਂਕਿ ਉਹਨਾਂ ਦੀ ਮੀਟਿੰਗ ਅਸੀਂ ਇਸੇ ਤਰ੍ਹਾਂ ਹੀ ਇੱਕ ਲੁਧਿਆਣੇ ਸੁਣ ਕੇ ਆਏ ਸੀਗੇ, ਜੋ ਪਤਾ ਲੱਗਿਆ। ठीक है, ਫਿਰ ਅਸੀਂ ਜਦੋਂ ਮੀਟਿੰਗ ਸੁਣੀ ਅਸੀਂ ਸੁਣ ਕੇ ਹੈਰਾਨ ਰਹਿ ਗਏ। ਅਸੀਂ ਆਖਿਆ ਵੀ ਇਹ ਤਾਂ ਸਾਡੇ ਸਾਥੀਆਂ ਨੂੰ ਸਮਝਾਓ। ਅਸੀਂ ਉੱਥੇ ਮਾਂ ਪੰਚਾਇਤ ਬਣਾਈ ਹੈ, ਫਾਰਮਰ ਹੈਲਥ ਸੋਸਾਇਟੀ ਵੀ ਬਣਾਈ ਸੀ, ਦਾ ਪੱਤਰਾ ਉਹ ਸਾਰੇ ਬੰਦਿਆਂ ਨੂੰ ਇਕੱਠਾ ਕਰਕੇ ਸਮਝਾਇਆ। ਉਹ ਹੁਣ ਸਾਨੂੰ ਸਮੱਸਿਆ ਤਾਂ ਦੱਸ ਕੇ ਉਹਨਾਂ ਦੇ 19 ਤਰੀਕ ਨੂੰ ਕਰਨਾਲ ਰੈਲੀ ਤੇ ਆਓ। ठीक है, ਅੱਛਾ, ਫਿਰ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਆਪਦੇ ਮਗਰ ਵੀ ਲਾ ਰਿਹਾ, ਗੱਲ ਤਾਂ ਨਾ ਠੀਕ ਹੈ। ਫਿਰ ਉਹ ਸਾਡੇ ਸਾਥੀ ਉੱਥੇ ਜਾਣ ਵਾਸਤੇ ਰਾਜੀ ਨਾ ਹੋਏ। ਇਸ ਤਰ੍ਹਾਂ ਫਿਰ ਕਰਦਿਆਂ ਇਹ ਰਤਨ ਜੀ ਨੇ ਇਹਨਾਂ ਨੇ ਟੈਲੀਗ੍ਰਾਮ ਮੀਟਿੰਗ ਕਰਦੇ ਆ ਗਰੁੱਪ ਦੇ ਰੋਜ਼, ਤੇ ਉਹਦੇ ਵਿੱਚ ਸ਼ਾਮਲ ਹੋ ਗਏ। ਇਹਨਾਂ ਨੇ ਡਾਕਟਰ ਭਾਨੂ ਨਾਲ ਸੰਪਰਕ ਹੋ ਗਿਆ ਕਿਸੇ ਤਰੀਕੇ ਨਾਲ। ਇਹ ਐਮਪੀ ਚ ਮੰਗਵਾਏ ਨੇ, ਪਿਛਲੇ 5 ਦਿਨਾਂ ਤੋਂ ਆਪਣੇ ਕੋਲ ਨੇ। ਪਹਿਲਾਂ ਮੀਟਿੰਗ ਫਿਰੋਜ਼ਪੁਰ ਕਰਵਾਈ ਸੀ, ਇੱਕ ਮੋਗੇ ਕਰਵਾਈ, ਤੀਜੀ ਮੀਟਿੰਗ ਇਹ ਆ। ਹੁਣ ਅਸੀਂ ਪਹਿਲਾਂ ਤਾਂ ਸੋਚਿਆ ਸੀ ਪੰਜਾਬ ਦੀ ਮੀਟਿੰਗਾਂ ਕਰਵਾਉਣੇ। ਹੁਣ ਆਪਣੇ ਲੋਕ ਕੀ ਕਰਦੇ ਵੀ ਜਿੱਥੇ ਏਡਾ ਵਧੀਆ ਕੰਮ ਹੁੰਦਾ ਬਹੁਤੇ ਲੋਕ ਆਉਂਦੇ ਨਹੀਂ। ਆ ਵੇਖੋ ਹੁਣ ਅੱਜ ਕਿੰਨਾ ਜ਼ੋਰ ਲਾਇਆ ਤੇ ਕਿੰਨੇ ਕੁ ਲੋਕ ਆਏ, ਜੇ ਆਉਂਦੇ ਨੇ ਤੇ ਹਾਜ਼ਰੀ ਲਵਾਉਣ ਆਉਂਦੇ ਆ, ਫਲਾਣੇ ਨੇ ਸੱਦਿਆ ਹੈ ਤੇ ਚਲੋ ਜੀ ਆਪਾਂ ਇੱਕ ਵਾਰੀ ਹਾਜ਼ਰੀ ਲਵਾਈਏ ਜਾ ਕੇ। ਕਿਉਂਕਿ ਉਹ ਵੀ ਸੱਚੇ ਤੇ ਲੋਕ ਆਉਂਦੇ ਨੇ, ਜ਼ਿਆਦਾ ਕੁਛ ਨਾ ਕੁਛ ਸਮਾਨ ਵੇਚਣ ਆਉਂਦੇ ਆ, ਜਾਂ ਉਹਨਾਂ ਨੂੰ ਕੁਛ ਨਾ ਕੁਛ ਲਾਲਚ ਹੁੰਦਾ ਹੈ ਕਿਸੇ ਤਰ੍ਹਾਂ ਦਾ। ਤੇ ਉਹ ਹੁਣ ਇਹ ਸਿਸਟਮ ਬਣਾ ਰਿਹਾ ਹੈ ਕਿ ਡਾਕਟਰ ਭਾਨੂ ਜੀ ਸਾਡੇ ਕੋਲ ਹੀ ਨੇ, ਉੱਥੇ ਸੁਧੀਰ ਯਾਦਵ ਵੀ ਉੱਥੇ ਕੋਲ ਨੇ। ਜਿੰਨੇ ਵੀ ਆਪਦਾ ਕੇਸ ਲਾਉਣਾ ਜ਼ਿਆਦਾ ਫੋਨ ਤੇ ਸਮਝ ਲਓ ਤੁਸੀਂ, ਜਿਵੇਂ ਜਿਹੜੇ ਮੇਨ ਬੰਦੇ ਹੈਗੇ ਜਿਵੇਂ ਇਹ ਹੈਗੇ ਨੇ, ਇਹ ਪੂਰੀ ਟ੍ਰੇਨਿੰਗ ਲੈ ਕੇ ਤੁਸੀਂ ਇਹਨਾਂ ਨਾਲ ਐਸੇ ਸੰਪਰਕ ਕਰ ਲਓ, ਇਹ ਗਾਉਂ ਉਹਨਾਂ ਨਾਲ ਕਰ ਲੈਣਗੇ। ਹੁਣ ਹਰੇਕ ਬੰਦਾ ਆਪਾਂ ਆਖੀਏ ਵੀ ਆਪਾਂ ਹੀ ਇਹਨਾਂ ਤੋਂ ਡਾਇਰੈਕਟ ਸਮਝੀਏ, ਆਪਾਂ ਇਹਨਾਂ ਤੋਂ ਡਾਇਰੈਕਟ ਨਹੀਂ ਸਮਝਦੇ। ਜਾਂ ਕੋਈ ਆਪਦਾ ਵਕੀਲ ਲੈ ਆਓ, ਜਾਂ ਜਿਵੇਂ ਇਹ ਮੁੰਡੇ ਨੇ। ਇਹਦਾ ਦੂਜੀ ਗੱਲ ਕਿ ਆਪਾਂ ਜਿਹੜਾ ਵੀ ਬੰਦਾ ਇਸ ਕੰਮ ਦੇ ਵਿੱਚ ਲੱਗੇ, ਜਿਵੇਂ ਯਾਦਵ ਜੀ ਲੱਗੇ ਆ, ਇਹ ਲੱਗੇ ਆ, ਇਹ ਗਾਂ ਲੱਗਣਗੇ, ਜਿੰਨੇ ਵੀ ਆਪਣੇ ਕੋਲ ਲੱਗਣਗੇ ਉਹਨਾਂ ਨੂੰ ਕੁਛ ਨਾ ਕੁਛ ਦਈਏ ਵੀ, ਕਿਉਂਕਿ ਇਹਨਾਂ ਨੇ ਜਿਹੜਾ ਲੀਡਰ ਬਣਨਾ ਹੈ, ਇਹਨਾਂ ਦਾ ਵੀ ਘਰ ਵਾਲਾ ਸਿਸਟਮ ਚੱਲਣਾ ਚਾਹੀਦਾ ਨਾ। ਹੁਣ 5-7 ਦਿਨ ਹੋ ਗਏ ਇਹਨਾਂ ਨੂੰ ਆਇਆ ਨੂੰ। ਮੈਂ ਸੌਰੀ ਇਹਨਾਂ ਇੱਕ ਮਿੰਟ, ਉੱਥੇ ਡਾਕਟਰੀ ਕਰਦੇ ਆ, ਹਾਂਜੀ, ਉੱਥੇ ਆਯੁਰਵੈਦਿਕ ਦੀ ਕੰਮ ਦਾ ਪਿੱਛੇ ਇਹਨਾਂ ਦਾ ਵੀ ਠੱਪ ਹੁੰਦਾ ਹੈ ਨਾ। अच्छा अच्छा, ਕੰਮ ਠੱਪ ਆਪਾਂ ਇਹੋ ਜਿਹਾ ਕੋਈ ਨਾ ਕੁਛ ਨਾਲ ਮਿਲ ਕੇ ਸਿਸਟਮ ਬਣਾ ਲਈਏ ਕਿ ਇਹਨਾਂ ਦਾ ਵੀ ਕੰਮ ਚੱਲਦਾ ਰਹੇ, ਤੇ ਆਪਣਾ ਜਿਹੜਾ ਇਹ ਆਪਣਾ ਮਗਰੋਂ ਜੇ ਕਰਜ਼ਾ ਇੱਕ ਵਾਰੀ ਲੈ ਜਾਵੇ ਤੇ ਆਪਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਤਕਰੀਬਨ ਕਿੰਨੇ ਚਿਰ ਦਾ ਜ਼ੋਰ ਲਾ ਰਹੇ ਆ ਵੀ ਯਾਰ ਤੁਸੀਂ ਦੇਸੀ ਗਾਵਾਂ ਆਪਦੇ ਵਾਸਤੇ ਰੱਖ ਲਓ। ਸਾਡੇ ਰਿਸ਼ਤੇਦਾਰ 100 ਕਿੱਲੇ ਜ਼ਮੀਨ ਵਾਲੇ ਆ ਜਿਹੜੇ ਆਪਦੇ ਵਾਸਤੇ 2-4 ਕਨਾਲਾਂ ਕਣਕ ਨਹੀਂ ਬੀਜ ਸਕਦੇ। ਜਿਹੜੀ 3 ਟਾਈਮ ਰੋਟੀ ਖਾਂਦੇ ਨਾ ਉਹ ਯਾਰ ਵਾਲੀ ਮਤਲਬ ਖਾ ਰਹੇ ਆ। ਇੰਨਾ ਸਮਝਾਈਦਾ ਵੀ ਇਹ ਯੂਰੀਆ ਕਿੰਨੀ ਨੁਕਸਾਨਦੇ ਆ, DAP ਕਿੰਨੀ ਨੁਕਸਾਨਦੇ ਆ। ਜੇ ਅਸੀਂ ਆਪਦੇ ਸੱਜਣਾ ਮਿੱਤਰਾਂ ਨੂੰ, ਭੈਣ ਭਰਾਵਾਂ, ਰਿਸ਼ਤੇਦਾਰਾਂ ਨੂੰ ਆਣੇ ਆ ਯਾਰ ਦੇਸੀ ਗਾਂ ਦਾ ਦੁੱਧ ਪੀ ਲਓ, ਉਹ ਪੈਸੇ ਦੀ ਵਜ੍ਹਾ ਕਰਕੇ ਨਹੀਂ ਪੀ ਰਹੇ। ਜਿਨ੍ਹਾਂ ਨੇ ਘਰੇ ਗਾਵਾਂ ਮੱਝਾਂ ਰੱਖੀਆਂ ਹੋਈਆਂ ਨੇ ਉਹ ਵਲੈਤਨਾ ਗਾਵਾਂ ਰੱਖੀਆਂ ਨੇ, ਦੇਸੀ ਇਸ ਕਰਕੇ ਨਹੀਂ ਉਹ ਪੀ ਰਹੇ। ਉਹਨਾਂ ਦੇ ਯਾਰੇ ਮਹਿੰਗਾ ਪੈਂਦਾ।
ਹੁਣ ਅਸੀਂ ਘਰੇ ਜਿਹੜੀਆਂ ਆਪਣੀਆਂ ਗਾਵਾਂ ਰੱਖੀਆਂ ਸਾਨੂੰ 100 ਰੁਪਏ ਲੀਟਰ ਖੁਦ ਨੂੰ ਪੈਂਦਾ ਹੈ ਇਹ ਦੁੱਧ, ਤੇ ਅਗਲਾ ਆਂਦਾ ਵੀ ਮਾਰਕੀਟ 'ਚ ਸਾਨੂੰ ਮਿਲਦਾ ਪਿਆ 50 60 70 ਰੁਪਏ, ਉਹ ਆਂਦੇ ਆ ਵੀ ਅਸੀਂ ਉਹ ਵੀ ਕੇ ਰਾਜੀ ਆ। ਆਪਦੇ ਵਾਸਤੇ ਅਸੀਂ ਸਿਰਫ ਪੈਸੇ ਕਰਕੇ ਨਹੀਂ ਕੁਝ ਕਰ ਰਹੇ, ਚੰਗਾ ਖਾ ਪੀ ਨਹੀਂ ਰਹੇ ਹੋਏ। ਅੱਛਾ, ਇਹ ਗਾय ਬਚੇਗੀ ਤਾਂ ਦੇਸ਼ ਬਚੇਗਾ, ਇਹ ਗੱਲ ਬਿਲਕੁਲ ਸੱਚ ਹੈ। ਗਾय ਬਚੇਗੀ ਕਿਵੇਂ? ਪਹਿਲਾਂ ਤਾਂ ਅਸੀਂ ਆਪਦੇ ਦੂਜੇ ਤਰੀਕੇ ਨਾਲ ਲੱਗੇ ਸੀ, ਹੁਣ ਪਤਾ ਲੱਗ ਗਿਆ ਯਾਰ ਇਹ ਵਿਚਾਰੇ ਲੋਕਾਂ ਦੀ ਪੈਸਿਆਂ ਦੀ ਸਮੱਸਿਆ, ਜੇ ਇਹਨਾਂ ਦੀ ਸਮੱਸਿਆ ਦੂਰ ਹੋ ਜਾਵੇ ਪੈਸੇ ਤੋਂ, ਤੇ ਇਹ ਤਾਂ ਲੋਕ ਇਹ ਗਾਵਾਂ ਆਟੋਮੈਟਿਕ ਰੱਖ ਲੈਣਗੇ। ਹੁਣ ਸਾਡੇ ਕੋਲੇ ਘੱਟੋ ਘੱਟ ਵੀ ਜਿਹੜਾ ਘਰੇ ਦੁੱਧ ਹੁੰਦਾ 27-28 ਲੀਟਰ ਹੁੰਦਾ ਹੈ। ਅਸੀਂ ਕੋਈ ਦੁੱਧ ਨਹੀਂ ਵੇਚ ਰਹੇ, ਪਰ ਜੇ ਕਿਸੇ ਬੰਦੇ ਨੂੰ ਦੱਸੀਦਾ ਨਾ ਵੀ ਅਸੀਂ ਉਹਦਾ ਘਰੇ ਹੀ ਦਹੀਂ ਲੱਸੀ ਮੱਖਣ ਬਣਾ ਕੇ ਆਪਦਾ ਵਰਤ ਰਹੇ ਆ, ਵਾਧਾ ਜੋੜ ਲਿਆ, ਤੇ ਲੋਕ ਸੁਣ ਕੇ ਹੈਰਾਨ ਹੁੰਦੇ ਵੀ ਯਾਰ ਕਮਾਲ ਹੋ ਗਈ ਇਹਨਾਂ ਕਿਵੇਂ ਵਰਤ। ਹੁਣ ਕੋਈ ਸਾਨੂੰ ਮੰਗ ਰਿਹਾ ਕਿ 3500 ਰੁਪਏ ਨੂੰ ਅਸੀਂ 5 ਸਾਲ ਪਹਿਲਾਂ ਵੇਚਦੇ ਸੀਗੇ, ਅਸੀਂ ਉਹ ਬੰਦ ਕਰਤਾ, ਨਹੀਂ ਦੇ ਰਹੇ ਕਿਸੇ ਨੂੰ, ਕਿਸੇ ਰੇਟ 'ਚ ਨਹੀਂ ਦੇ ਰਹੇ। ਹੁਣ ਜਿੰਨਾ ਉਹ ਘਿਓ ਸਾਡੇ ਜਿਹੜਾ ਜਮਾ ਹੋ ਰਿਹਾ ਸਾਡੀ ਪ੍ਰਾਪਰਟੀ ਹੈ, ਮਤਲਬ ਇਹ ਗਾਂ ਦੀਆਂ ਸਾਡੀਆਂ ਗਾਵਾਂ ਵੀ ਵਧ ਰਹੀਆਂ ਹੋਈਆਂ, ਅਸੀਂ ਕੋਈ ਗਾਂ ਨਹੀਂ ਵੇਚ ਰਹੇ। ਗਾਵਾਂ ਜਿਹੜੀਆਂ ਨੇ ਅਸੀਂ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਤਿਆਰ ਕਰਕੇ, ਗਾਵਾਂ ਤਿਆਰ ਕਰਕੇ ਉਹ ਹਿੱਸੇ ਤੇ ਦੇ ਰਹੇ, ਗਾਵਾਂ ਵੀ ਦਿਹਾੜੇ ਤੇ ਦੇ ਰਹੇ। ਜਿਹੜੀਆਂ ਸਾਡੇ ਕੋਲ ਚੰਗੀਆਂ ਬੱਚੀਆਂ ਆ ਜਾਂਦੀਆਂ, ਉਹ ਜਿਹੜੇ ਬੰਦੇ ਨਾਲ ਗੱਲ ਕਰਕੇ ਉਹਨਾਂ ਤੋਂ ਬੇਸ਼ੱਕ ਅਸੀਂ ਚੈੱਕ ਲਈਏ ਜਾਂ ਕਿਸੇ ਨੂੰ ਸਾਨੂੰ ਕਿਸੇ ਦੇ ਤਬਾਰ ਹੁੰਦਾ ਹੈ ਉਹ ਤੋਂ ਆਪਦਾ ਪੂਰਾ ਮਤਲਬ ਲੈ ਕੇ ਉਹਨਾਂ ਨੂੰ ਅਸੀਂ ਬੱਚੀਆਂ ਤੇ ਦੇ ਦਿੰਦੇ ਵੀ ਜਦੋਂ ਇਹ ਬੱਚੀਆਂ ਗਾਂ ਸੂਪਣਗੀਆਂ ਇਹ ਅੱਧੀ ਇਹ ਤਾਂ ਤੁਹਾਡੀ ਤੇ ਸਾਡੀ, ਕਿਉਂਕਿ ਉਹ ਵਿਚਾਰੇ ਗਾਂ ਲੈਣ ਜੋਗੇ ਨਹੀਂ ਹੈਗੇ। ਉਹਨਾਂ ਨੂੰ ਅਜੇ ਤੇ ਚੰਗੀ ਸਾਈਵਾਲ ਗਾਂ ਲੈਣੀ ਹੋਵੇ ਤਾਂ ਬਹੁਤ ਘੱਟ ਮਿਲਦੀਆਂ। ਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਨਾ ਆਪੋ ਦਾ ਸਾਰਾ ਸਿਸਟਮ ਚਲਾ ਸਕਦੇ ਆ। ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੀ ਸਿਹਤ, ਆਪਣੇ ਪਰਿਵਾਰ ਦੀ ਸਿਹਤ। ਜੇ ਆਪਣੀ ਖੁਰਾਕ ਸਹੀ ਹੋਈ ਤਾਂ ਸਿਹਤ ਠੀਕ ਰਹੂਗੀ। ਸਿਹਤ ਵਾਲੇ ਪਾਸੇ ਆਪਣਾ ਧਿਆਨ ਹੀ ਹੈ ਨਹੀਂਗਾ। ਆਪਾਂ ਵਿਆਹਾਂ ਸ਼ਾਦੀਆਂ ਤੇ ਜਾ ਕੇ, ਭੋਗਾਂ ਤੇ ਜਾ ਕੇ ਜੋ ਦੁਨੀਆ ਦਾ ਗੰਦ ਆਪਾਂ ਖਾ ਕੇ ਆਉਂਦੇ, ਤੇ ਜੇ ਆਪਾਂ ਨੂੰ ਕਿਸੇ ਮਜਬੂਰੀ 'ਚ ਖਾਣਾ ਵੀ ਪੈਂਦਾ, ਪਰ ਜੇ ਆਪਣੇ ਘਰ ਦੀ ਖੁਰਾਕ ਠੀਕ ਹੋਵੇ ਨਾ ਤੇ ਫਿਰ ਵੀ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਹੋ ਸਕਦਾ। ਹੁਣ ਆਪਾਂ ਵੇਖਣ ਲੱਗ ਪਏ ਅਚਾਨਕ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਬੈਠੇ ਆ ਬਾਬੇ, ਅਚਾਨਕ ਮੌਤ ਹੋ ਰਹੀ। ਸਾਡੇ ਲੋਕ ਆਖ ਰਹੇ ਜੀ ਇਹ ਤਾਂ ਪਰਮਾਤਮਾ ਨੂੰ ਸਿੱਧਾ ਇਹ ਕਰਮਾਂ ਵਾਲਾ ਸੀ, ਮਹਾਰਾਜ ਦੀ ਹੋਈ ਚਲਾ ਗਿਆ। ਇਹ ਨਹੀਂ ਪਤਾ ਉਹਨੇ ਵੈਕਸੀਨ ਲਵਾਈ ਏ, ਉਹਨੇ ਜ਼ਹਿਰਾਂ ਵਾਲਾ ਖਾਦਾ ਹੈ, ਉਹਦਾ ਕਾਰਨ ਕੀ ਉਧਰਲੇ ਪਾਸੇ ਜਾ ਹੀ ਨਹੀਂ ਰਹੇ, ਤੇ ਉਹ ਹੋਰ ਖੁਸ਼ੀ ਮਨਾ ਰਹੇ। ਬੜੀ ਵਧੀਆ ਗੱਲ ਹੋ ਗਈ, ਮਹਾਰਾਜ ਦੀ ਹਜ਼ੂਰੀ ਚਲਾ ਗਿਆ। ਇਹ ਵੈਕਸੀਨ ਦੀ ਵੀ ਬੜੀ ਵੱਡੀ ਜੀ ਗੇਮ ਮਹਾਰਾਜ ਦੀ ਕਿਰਪਾ ਸਾਡੇ ਤੇ ਹੁਣ ਹੋਣ ਲੱਗੀ ਹੈ। ਇੰਨੇ ਚਿਰ ਤੋਂ ਮਤਲਬ ਇਹ ਲੋਕ ਨਹੀਂ ਸੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਮਹਾਰਾਜ ਦੀ ਤਾਬਿਆਂ ਦੇ ਵਿੱਚ ਜਾਂਦੇ। ਹੁਣ ਅਸੀਂ ਕਿੰਨੇ ਕੁ ਪੁੰਨ ਕਰਨ ਲੱਗ ਪਏ ਆ, ਕਿੰਨੇ ਚੰਗੇ ਕੰਮ ਕਰਨ ਲੱਗ ਪਏ ਆ ਵੀ ਹੁਣ ਸਾਡੀ ਇਸ ਤਰ੍ਹਾਂ ਅਚਾਨਕ ਮੌਤ ਹੋਣ ਲੱਗ ਪਈ। ਹਾਂਜੀ, ਜਿਹੜੇ ਸਰ ਡੀਆਰਟੀਸੀ ਚ ਕੇਸ ਚੱਲ ਰਹੇ ਨੇ, ਮਤਲਬ ਬੈਂਕਾਂ ਨੇ ਲਾਏ, ਉਹਨਾਂ ਦਾ ਕੀ ਸਮਾਧਾਨ, ਉਹਨਾਂ ਨਾਲ ਆਪਾਂ ਕਿਸ ਡੀਆਰਟੀਸੀ ਚ ਜਿਹੜੇ ਮਤਲਬ ਜਿਵੇਂ ਲੋਕਲ ਹੁੰਦੇ, ਪਹਿਲਾਂ ਬੈਂਕ ਜਿਵੇਂ 5 ਲੱਖ 10 ਲੱਖ ਦਾ ਕੇਸ ਹੁੰਦਾ ਹੈ, ਉਹ ਲੋਕਲ ਅਦਾਲਤਾਂ 'ਚ ਚਲਾਉਂਦੇ ਆ, ਉੱਥੋਂ ਨੋਟਿਸ ਭੇਜਦੇ ਨੇ। ਉਸ ਤੋਂ ਬਾਅਦ ਜਦੋਂ ਵੱਡੇ ਕੇਸ 20 ਲੱਖ 25 ਲੱਖ ਵਾਲੇ ਹੋ ਜਾਂਦੇ ਨੇ, ਉਹ ਫਿਰ ਚੰਡੀਗੜ੍ਹ ਭੇਜਦੇ ਨੇ ਡੀਆਰਟੀਸੀ ਤੇ, ਜਿਹੜੀ ਕੋਈ ਸਪੈਸ਼ਲ ਇਹਨਾਂ ਦੀ ਕੋਰਟ ਹੈਗੀ। डीआरटी जो है ये बैंकों की ही एक संस्था है। हाँ, उन्होंने हाँ, डीआरटी में सिर्फ समझौता होता है। वहाँ ना तो आप अपनी बात रख सकते हैं, ना वो आपकी बात को सुनेंगे। उसमें हमने जाना नहीं है। वो आपको रखेंगे, वो संस्था आपको मंजूर है, ठीक है, नहीं है तो आपके खिलाफ आदेश करेंगे। आप अपनी बात कोई भी रखेंगे, कितना भी आप भी पूरे प्रमाण देंगे, वो आपकी वहाँ तक नहीं सुनते हैं। ਜਿਹੜੇ ਆਲਰੇਡੀ ਹੁਣ ਚੱਲ ਰਹੇ ਕੇਸ, ਉਹਨਾਂ ਬਾਰੇ ਮਤਲਬ वही मैं बता रहा हूँ कि डीआरटी में ना जा करके इससे अच्छा है कि आप कोई भी ऋण है आपका, आपने बैंक से कर्ज लिया है, उसका आप भारतीय रुपए के मानक के अनुसार भुगतान कर दीजिए। जो भी आपका टैक्स है, बिजली का बिल है, या कि न्यायालय ने आपको जुर्माना किया है, उसको हम डायरेक्ट भुगतान नहीं कर सकते। उसको हमें बिल प्रक्रिया में थोड़ा बदलाव करना पड़ेगा। उनसे हम रुपए का मानक मांगेंगे। किसी ने मान लीजिए न्यायालय ने आपको 1 लाख का जुर्माना कर दिया, हम जिस न्यायालय ने आपको जुर्माना किया है उस न्यायालय में हम आवेदन देकर उस न्यायाधीश से पूछेंगे कि मान्यवर आपने जो हमें 1 लाख का जुर्माना किया है, 1 लाख रुपए का, वो किस रुपए से किया है? रिजर्व बैंक ऑफ इंडिया द्वारा जारी कम मूल्य की करेंसी के द्वारा आपने किया है, या कि भारतीय सिक्का निर्माण अधिनियम जो रुपए का मानक है उसके अनुसार आपने भुगतान ये जुर्माना किया है? आप जिस माध्यम से हमको जुर्माना किया है उसके विधिक प्रारूप की सत्य प्रतिलिपि आप हमें उपलब्ध कराइए। कोई भी न्यायाधीश भारत के अंदर का आपको उपलब्ध नहीं कराएगा। इसी में आपका पूरा खत्म, ना तो आपको उपलब्ध कराएगा ना तो आप देंगे।
ਨਹੀਂ ਫਿਰ ਇਹਦਾ ਮਤਲਬ ਆਪਾਂ ਜਿਹੜੇ ਬੈਂਕ ਤੋਂ ਆਪਣਾ ਲੋਨ ਹੋਇਆ ਹੈ ਜਾਂ ਆਪਾਂ ਜਿਹਦੇ ਤੋਂ ਪੈਸੇ ਲਏ ਨੇ ਜਿਹੜੇ ਬੈਂਕ वही हम बता रहे हैं। ਹਾਂ ਉਸੇ ਦੇ ਵਿੱਚ ਹੀ ਆਪਾਂ ਇਹ ਵਾਲਾ ਦੇਾਂਗੇ नहीं, जैसे अगर आपका डीआरटी में कुछ ਉਹ ਤਾਂ ਆਲਰੇਡੀ एक मिनट में अभी मैं समझ गया, कोई भी केस चल रहा है ना, हमारा केस चल रहा है, लास्ट में वो केस यही तो चल रहा होगा कि ये मेरे पैसे नहीं दे रहे हैं। डॉक्टर साहब ने एक आवेदन तैयार किया है, उसमें डॉक्टर साहब क्या करते हैं कि आपका जो लोन अकाउंट है ना, उसमें इसके हिसाब से जैसे 1,21,000 रुपये बन रहा है, इस हिसाब से हम पूरा प्रूफ करके अपने पैसे डिमांड ड्राफ्ट के थ्रू स्पीड पोस्ट से उसको भेज देते हैं। ਇੱਕ ਹੋਰ ਚੀਜ਼ ਹੈ, ਹੁਣ ਜਦੋਂ ਬੈਂਕ ਤੋਂ ਆਪਾਂ ਸਟੇਟਮੈਂਟ ਕਢਾਉਂਦੇ ਜੀ, ਮੇਰਾ ਚੱਲ ਰਿਹਾ ਸਾਲ 2018 ਦਾ ਮਤਲਬ ਇਹ ਚੱਲ ਰਿਹਾ ਹੈ ਕੇਸ, ਉਦੋਂ ਬਾਅਦ ਮੈਂ ਪੈਸੇ ਜਮ੍ਹਾਂ ਨਹੀਂ ਕਰਾਇਆ, 12,86,000 ਰੁਪਏ ਦਾ ਕੇਸ ਹੈ। ਉਹ ਅੱਜ ਵੀ ਜੇ ਸਟੇਟਮੈਂਟ ਕਢਾਉਣੇ ਤਾਂ 12,86,000 ਦੀ ਨਿਕਲਦੀ। ਜਦੋਂ ਮੈਂ ਉਲਟਾ ਬੈਂਕ ਜਾਣਾ ਵੀ ਤੁਸੀਂ ਮੇਰੇ ਨਾਲ ਸਮਝੌਤਾ ਕਰੋ ਜਾਂ ਮੈਂ ਦਿੰਨਾ ਪੈਸੇ, ਤਾਂ ਉਹ ਕਹਿੰਦੇ ਵੀ ਤੁਸੀਂ ਤੁਹਾਡਾ 28 ਲੱਖ ਬਣ ਗਿਆ ਜਾਂ 29 ਲੱਖ ਰੁਪਏ ਬਣ ਗਿਆ। मेरा स्टेटमेंट ते आज भी 12,86,000 ही होता है। आप उनका जो लोन स्टेटमेंट है ना, उसके अकॉर्डिंग जितना आप पे जो ऊपर वाली लाइन है उसमें लिख के आता है कि आपका टोटल अमाउंट कितना पेबल है, हाँ, बस कितनी भी ब्याज लगाओ उससे हम पे तो कोई फर्क पड़ना नहीं। हमने तो देना जब 1,21,000 रुपये देना है तो हम पे क्या फर्क पड़ रहा है। तो 12,86,000 होगा आज भी। बोलो अब ज्यादा से ज्यादा जितना है आपका, मैं पैसा पेड कर रहा हूँ, लड़ाई यहाँ होती है मैं पैसा पेड कर दूंगा इस हिसाब से, और अपना डिमांड ड्राफ्ट के थ्रू उनको लेना ही पड़ेगा, है ना। वैसे तो वो लेंगे नहीं, वैसे तो पकड़ेंगे नहीं वो, तो हम डिमांड ड्राफ्ट के थ्रू उसको जमा कर देते हैं लोन अकाउंट में। अब मैं लड़ाई इस बात के लिए लड़ता हूं कि मैंने पूरे पैसे दे दिए, एनओसी क्यों नहीं दे रहे। वो बोलेगा कहां पहले पूरे पैसे दिए, बोला तू साबित कर पूरे पैसे नहीं दिए, वो जिंदगी में कभी साबित नहीं कर सकता। हमने अपना कर्जा चुका देना है, उसके बाद लड़ाई लड़नी है। डीआरटीसी ये तो जब अपन ड्राफ्ट बना के उन्होंने दे दें, नहीं, आप डीआरटी में बोलो कि मैं पैसा देने के लिए रेडी हूं। नहीं, बैंक में आपने जो ये लगा देंगे आप आवेदन के द्वारा, फिर जब डीआरटी में जवाब आप लगाएंगे, इसी आवेदन का आप हवाला देंगे कि भला डीडी क्रमांक के माध्यम से फला दिनांक को हमने आपका पैसा पेड कर दिया है, इस पर वहाँ जवाब लगेगा। वहाँ पर फिर आपका तर्क होगा, बहस होगी, आप भी अपना वहाँ पर पूरा डॉक्यूमेंट पेश करेंगे, बैंक भी पेश करेगा। अब जब वहाँ निर्णय होगा, इस डॉक्यूमेंट पर होगा निर्णय, इसके खिलाफ नहीं आ सकता, वो आपके खिलाफ नहीं आएगा निर्णय। चलो वो तो जो मान लो उसी लगे डीआरटीसी के सर्टिफिकेट लगे, तो वो दे सिर्फ ले सकते हैं, मतलब आप उनको ये करें, डीआरटी का कोर्ट केस कहीं तक भी पहुंचा है, आप उनको राजी हो जाएं, ओके नाउ आई वांट टू फिनिश माय केस, सो आई वांट टू पेड माय मनी, मैं पैसे देने के लिए रेडी हूं, और आप अपने पैसे दे दें। ਸਰ ਇੱਕ ਆਪਾਂ ਉਹਨਾਂ ਤੋਂ ਹੋਰ ਵੀ ਲੈ ਸਕਦੇ ਹਾਂ, ਜਿਵੇਂ ਮੰਨ ਕੇ ਚੱਲੋ ਆਪਾਂ ਬੈਂਕ ਤੋਂ ਪਹਿਲਾਂ ਆਪਾਂ ਇਹ ਆਵੇਦਨ ਦੇਣ ਤੋਂ ਪਹਿਲਾਂ ਬੈਂਕ ਸੇ ਇਹ ਲੈ ਸਕਦੇ ਹਾਂ ਵੀ ਜਿਵੇਂ ਆਪਣਾ ਕੋਈ ਸੇਵਿੰਗ ਦੇ ਵਿੱਚ ਉੱਥੇ ਪੈਸਾ ਪਿਆ ਹੈਗਾ, ਆਪਾਂ ਉਹਨੂੰ ਲੈਟਰ ਦਈਏ ਕਿ ਜਾਂ ਵੀ ਸਾਨੂੰ ਇਹ ਪੈਸਾ ਜਿਹੜਾ ਸਾਡੇ ਅਸਲੀ ਰੁਪਇਆ ਜਿਹੜਾ ਸਾਨੂੰ ਦਿਓ। ਉਹਨਾਂ ਨੇ ਕਿਹਾ ਸਾਡੇ ਕੋਲ ਤਾਂ ਨੋਟ ਹੈ, ਸਾਡੇ ਕੋਲ ਤਾਂ ਇਹ ਨੋਟ ਆ, ਅਸੀਂ ਨਹੀਂ ਦੇ ਸਕਦੇ ਨਾ। ਅਸੀਂ ਉਸ ਚੀਜ਼ ਦੇ ਵੀ ਇੱਕ ਮਤਲਬ ਇੱਕ ਪ੍ਰੂਫ ਲੈ ਸਕਦੇ ਹਾਂ ਵੀ ਕੋਈ ਲਿਖ ਕੇ ਦੇ ਦਿਓ ਸਾਨੂੰ ਵੀ ਅਸੀਂ ਉਹ ਜਿਹੜਾ ਨਹੀਂ ਦੇ ਸਕਦੇ। ये प्रोसेस जो है वो कहाँ इफेक्टिव नहीं है। देखो अगर मैंने बैंक का कर्जा नहीं दिया तो सरफेसी एक्ट के तहत वो मुझ पर कानूनी कार्रवाई करेंगे। मेरा पैसा वो नहीं दे रहे हैं, आप बैंक पे क्या कर लोगे। तो सबसे पहले तो जो मुझ पे कर्जा है वो मुझ पे कोई दूसरी लीगली कार्रवाई न कर सके, मेरी प्रॉपर्टी हड़प न कर सके, मैंने उस बात के लिए अपने पैसे पेड कर देने हैं। और आपका जो सवाल है ये है कि मेरे पास टाइम बहुत है, मैं फ्री बैठा हूं, मेरे बैंक को डंडा देना है, दे दो। बिल्कुल सही है। ਉਹ ਨਹੀਂ ਜਿਹੜਾ ਆਪਾਂ ਲੋਨ ਵਾਲਾ ਲਾਉਣਾ ਹੈਗਾ ਨਾ ਕੇਸ, ਉਹਦੇ ਨਾਲ ਹੀ ਇਹ ਕਾਗਜ਼ ਲਾਉਣ ਦੀ ਗੱਲ ਕਰਦੇ ਆ ਵੀ ਇੱਕ ਪਾਸੇ ਸਾਨੂੰ ਜਦੋਂ ਬੈਂਕ ਲਿਖ ਕੇ ਦੇਊਗੀ ਕਿ ਅਸੀਂ ਜਿਹੜਾ ਤੁਹਾਡੇ ਇੰਡੀਅਨ ਰੁਪਏ ਦੇ ਵਿੱਚ ਲੈਣ ਦੇਣ ਨਹੀਂ ਕਰ ਸਕਦੇ, ਇਹ ਚੀਜ਼ ਹੋ ਗਈ। ਉਹ ਜਦੋਂ ਅਸੀਂ ਕੇਸ ਲਾਵਾਂਗੇ ਤੇ ਸਾਡਾ ਕੇਸ ਦੇ ਵਿੱਚ ਉਹ ਚੀਜ਼ ਲੱਗੀ ਹੋਊਗੀ ਵੀ ਅਸੀਂ ਇਹਨਾਂ ਤੋਂ ਇੰਡੀਅਨ ਰੁਪਏ ਦੇ ਵਿੱਚ ਅਸੀਂ ਪੈਸੇ ਮੰਗੇ ਸੀ, ਇਹਨਾਂ ਨੇ ਕਿਹਾ ਵੀ ਅਸੀਂ ਪੋਸੀਬਲ ਨਹੀਂ ਹੈਗਾ ਸਾਡੇ ਕੋਲੇ ਵੀ ਤੁਹਾਨੂੰ ਅਸੀਂ ਅਸਲੀ ਕਰੰਸੀ ਦੇ ਵਿੱਚ ਅਸੀਂ ਤੁਹਾਡੇ ਨਾਲ ਲੈਣ ਦੇਣ ਕਰੀਏ। ਤਾਂ ਫਿਰ ਇਹਨਾਂ ਨੇ ਸਾਨੂੰ ਦਿੱਤਾ ਕੀ ਹੈ, ਇਹਦਾ ऑटोमेटिकली गल ये है कि जेड़ा इन्होंने सानू देता है वो नकली नोट देता है। डॉक्टर साहब जो आवेदन लगाते हैं उसमें सबसे पहला सेंटेंस ये होता है कि मेरे क्लाइंट ने 12,86,000 रुपए मांगे थे, इन्होंने 12,86,000 दिए ही नहीं, इन्होंने कम रुपए का करेंसी मेरे क्लाइंट को पकड़ा दिया है। हम पहला शब्द ही ये बोलते हैं कि तुमने मुझे पैसे दिए ही कम 12 लाख, कम पैसे की कीमत में दे दिया है आपका। मैं तो मेरे संविधान के तौर पे जो कर्जा आपका बनता है वो जमा कर रहा हूं और डिमांड ड्राफ्ट के थ्रू भेज दिया है, अब मुझे एनओसी चाहिए। अब लड़ाई इस बात पे कर्जा चुकता हो गया, 4 साल केस चले 5 साल केस चले, मुझे क्या फर्क है, मैंने पैसा दे दिया ना।
अगर आपने ये गलती कर दी कि पहले लड़ाई शुरू कर दी, वो बोलेगा कि 21 रुपए बनते, 21 चिल्लाते रहे, वो बोलेगा 21 रुपए बनते थे, 21 दिए क्यों नहीं? 21 रुपए बनते दो ना, फिर लड़ाई लड़ते हम कि तू प्रूव करके ये 21 रुपए की वैल्यू इतनी नहीं है। उसको पूरा संविधान खत्म करना पड़ेगा, पूरी सरकार खत्म करनी पड़ेगी, बैंक से काम करवाओ। हम क्यों काम करें? हमारा काम था, मुझे पता लग गया मेरी वैल्यू इतनी, मैं पैसा पेड कर दिया। इतनी बात कहते रहो तो मैंने पैसे दे दिए भाई। फिर दूसरी गल है, जे एक ना भी केस मसला हल हो गया, एक केस भी हल हो गया, दूसरी ऑटोमेटिक क्यों? हिंदुस्तान का एक केस अच्छा जीतने का मतलब है पूरा हिंदुस्तान जीतेगा, और ये जीतेगा तब, कहते ना कि हमारी बात में बहुत दम है लेकिन संख्या बहुत कम है। हर जगह से, हर डिस्ट्रिक्ट से, हर घर से यही आवेदन लगे है कि जी भाई ये लो रुपए, और बिल्कुल बिल्कुल मालिक की तरह जाओ और 21 रुपए मुंह पे फेंक के मारो ना उसके, कम कर लो जी, 5% माफ कर दो जी, ब्याज कम कर दो। किस लिए? पूरा पैसा पेड करो उसका, और उस पर डंडा ठोक के एनओसी मांगो कि हमने पूरा पैसा पेड कर दिया, ये बैंक एनओसी नहीं दे रहा है। बैंक मैनेजर बोलता है आप पे कि भाई ऐसे कैसे हो जाएगा, तो ये इतना रुपया कैसे बनता है, ये तुम झूठ बोल रहे हो। तो बैंक मैनेजर को बोलो भाई तुम साबित कर दो मैं झूठ बोल रहा हूं। और बैंक मैनेजर भी एक कर्मचारी है, वो सबकी लूट अपने सर पे क्यों पड़वाएगा? उसको भी अपनी नौकरी प्यारी है, जो वो कहे रिटर्न में दे। वो ये कहता है कि हाँ मैं कहता हूं कि ये रुपया असली है, वो साइन मार के आपको दे ही नहीं सकता। जो भी साइन मारेगा वो संविधान का उल्लंघन करेगा। आपने कहा कि हम तो पैसे लेन देन कर ही रहे, आपको पता है कि ये केले से आपने 10 रुपए दिए और केले वाले ने 10 रुपए रख लिए, गवर्नमेंट की नजर में ये क्राइम है। कैश में लेन देन क्राइम है, बट हम कर रहे हैं। अगर कानूनी भाषा देखी जाए तो हम क्राइम कर रहे हैं। यही तो काला धन है। कौन सा? जो मेरे और आपकी जेब में 5-6 रुपए पड़े, यही तो काला धन है। इसी को तो मोदी ने निकाल लिया। जब वो बोल रहा था काला धन आना चाहिए, तो सब जनता बोली हाँ जी आना चाहिए, पता नहीं कौन से काले धन बात। अरे आपकी जेब में जो रुपया रखा था उसी की बात चल रही थी। हमारा दिमाग था स्विट्जरलैंड से आएंगे, स्विट्जरलैंड से तो आएंगे। तो बात आपके पैसे की चल रही है और आप कह रहे हैं हाँ भाई काला धन आना चाहिए। उसका नाम काला कर दिया ना। ਕੰਮ ਤਾਂ ਸਾਰਾ ਮੈਂਟਲ ਲੈਵਲ ਦਾ ਹੀ ਹੈ। ਆਪਾਂ ਬਸ ਟਿਕਟ ਕਟਾਉਂਦੇ ਆ ਹਨਾ, ਜੋ ਟਿਕਟ ਵਾਲਾ ਜਿਹੜਾ ਕ੍ਰੈਡੀਟਰ ਹੁੰਦਾ ਉਹ ਕੋਲੋਂ ਬਕਾਇਆ ਲਿਖ ਦਿੰਦਾ 33 ਰੁਪਏ ਦੇਣੇ ਆ, ਉਹ 35 ਰੁਪਏ ਨੋਟ ਬਣ ਜਾਂਦਾ ਕਾਗਜ਼ ਦਾ। ਭਾਈ ਸਾਡੇ ਮਿੰਟ ਚ ਆ ਗਿਆ ਨਾ, ਮੈਂ ਸੰਭਾਲ ਨੂੰ ਲੱਗਦਾ, ਮੈਂ ਤਾਂ ਕਿਸੇ ਪਾਸੇ ਲੱਗਦਾ ਤੂੰ ਲਗੇ ਲੈਣੇ ਵੀ ਸੜਾ ਗਿਆ। सही है ना, एक गेम यही है सारी, गेम यही है। शायर ने कहा है कि झूठ बोलने वाला और झूठ सुनने वाला दोनों राजी हो जाएं तो झूठ झूठ नहीं रहता। 20 आदमी इनको हाथी बोलना शुरू कर दें, सारे रोड़ा कौन डालेगा? फिर हाथी नहीं है। मैं और मियाँ बीवी राजी क्या करेगा काजी? मैं उन्हें आपने मान लिया कि हाथी है तो ये हाथी है। और एजुकेशन सिस्टम में झूठ ही हमारे को सिखाया है। अच्छा झूठ, अच्छा ओके, लाइसेंस को होता ना, आपने ये काम करा, लाइसेंस बनवाओ, गाड़ी चलानी है लाइसेंस बनवाओ। लाइसेंस का मतलब समझते हैं? लाइसेंस, लाई मतलब झूठा सेंस। जब भी आप लाइसेंस बनवा रहे हैं तो गवर्नमेंट आपको कहती है कि तू काम कर रहा है झूठा, तो है ही नहीं। एजुकेशन तो बोलेगी भाई जी बाबूजी कहाँ झूठा बनना है, ये हमारा ऑफिस है, यहाँ पे झूठा बनने का लाइसेंस बनता है, बनवाओ। बन जाता है, गवर्नमेंट को पता लगता है अब ये झूठा बन गया। यादव साहब, हाँ जी, एजुकेशन का क्या मतलब हो सकता है? एजुकेशन का वैसे तो ये 5 जो पंच स्वर हैं, AEIOU, जो जिनके बिना कोई शब्द नहीं बन सकता, वो 5 शब्द जिस चीज में डाले गए वो एजुकेशन है। मैं बड़े चिर दा रौला पाउणा पिया सारिਆਂ ਨੂੰ, ਜਿਹੜੀ ਆਪਾਂ ਪੜ੍ਹਾਈ ਕਰਵਾ ਲਈ ਅੱਗੇ